ਸਾਰੇ ਹੀ ਬੱਚਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਮੈਂ ਆਸ ਕਰਦਾ ਕਿ ਤੁਸੀਂ ਸਾਰੇ ਹੀ ਆਪਣੇ ਘਰਾਂ ਦੇ ਵਿੱਚ ਰਹਿੰਦੇ ਹੋਏ ਪ੍ਰਸ਼ਾਸਨ ਦੀਆਂ ਹਦਾਇਤਾਂ ਦਾ ਪਾਲਣਾ ਕਰ ਰਹੇ ਹੋਵੋਗੇ। ਸੋ ਬੱਚਿਓ, ਅੱਜ ਆਪਾਂ 10ਵੀਂ ਜਮਾਤ ਦੇ ਵਿਗਿਆਨ ਵਿਸ਼ੇ ਦੇ 10ਵੇਂ ਲੈਸਨ ਪ੍ਰਕਾਸ਼, ਅਪਵਰਤਨ ਤੇ ਪਰਾਵਰਤਨ ਬਾਰੇ ਪੜਾਂਗੇ। ਜੇ ਆਪਾਂ ਗੱਲ ਕਰੀਏ ਪ੍ਰਕਾਸ਼ ਦੀ, ਤਾਂ ਪ੍ਰਕਾਸ਼ ਕੀ ਹੈ? ਪ੍ਰਕਾਸ਼ ਊਰਜਾ ਦਾ ਰੂਪ ਹੈ ਜੋ ਸਾਨੂੰ ਸਾਡੇ ਆਲੇ ਦੁਆਲੇ ਦੀਆਂ ਵਸਤੂਆਂ ਵੇਖਣ ਦੇ ਯੋਗ ਬਣਾਉਂਦਾ ਹੈ। ਜੇ ਮੈਂ ਗੱਲ ਕਰਾਂ, ਅਸੀਂ ਛੋਟੀ ਜਮਾਤਾਂ ਦੇ ਵਿੱਚ ਸਿੱਖਿਆ ਸੀ ਪ੍ਰਕਾਸ਼ ਦਾ ਇੱਕ ਬੜਾ ਹੀ ਮਹੱਤਵਪੂਰਨ ਗੁਣ ਪ੍ਰਕਾਸ਼ ਸਿੱਧੀ ਰੇਖਾ ਵਿੱਚ ਚੱਲਦਾ ਹੈ, ਜਿਸ ਵਿੱਚ ਇੱਕ ਰਬੜ ਦੀ ਪਾਈਪ ਅਤੇ ਮੋਮਬੱਤੀ ਦੀ ਸਹਾਇਤਾ ਦੇ ਨਾਲ ਸਿੱਖਿਆ ਸੀ ਕਿ ਜਦੋਂ ਪਾਈਪ ਸਿੱਧੀ ਹੁੰਦੀ ਹੈ ਤਾਂ ਸਾਨੂੰ ਮੋਮਬੱਤੀ ਦਾ ਪ੍ਰਕਾਸ਼ ਵਿਖਾਈ ਦਿੰਦਾ ਹੈ, ਤੇ ਜਦੋਂ ਰਬੜ ਦੀ ਪਾਈਪ ਨੂੰ ਅਸੀਂ ਥੋੜਾ ਮੋੜ ਦਿੰਦੇ ਹਾਂ ਤਾਂ ਸਾਨੂੰ ਮੋਮਬੱਤੀ ਦਾ ਪ੍ਰਕਾਸ਼ ਵਿਖਾਈ ਨਹੀਂ ਦਿੰਦਾ। ਤਾਂ ਇਹ ਅਸੀਂ ਸਿੱਖ ਲਿਆ ਸੀ ਕਿ ਪ੍ਰਕਾਸ਼ ਹਮੇਸ਼ਾ ਸਿੱਧੀ ਰੇਖਾ ਵਿੱਚ ਚੱਲਦਾ ਹੈ। ਤੇ ਅੱਗੇ ਗੱਲ ਕਰਦੇ ਹਾਂ ਕਿ ਅਸੀਂ ਵਸਤੂਆਂ ਨੂੰ ਵੇਖਦੇ ਕਿਵੇਂ ਹਾਂ। ਜਿਵੇਂ ਪਹਿਲਾਂ ਡੈਫੀਨੇਸ਼ਨ ਦੀ ਗੱਲ ਕਰਾਂ ਤਾਂ ਮੈਂ ਦੱਸਿਆ ਸੀ ਤੁਹਾਨੂੰ ਕਿ ਪ੍ਰਕਾਸ਼ ਊਰਜਾ ਦਾ ਰੂਪ ਹੈ ਜੋ ਸਾਨੂੰ ਸਾਡੇ ਆਲੇ ਦੁਆਲੇ ਦੀਆਂ ਵਸਤੂਆਂ ਵੇਖਣ ਦੇ ਯੋਗ ਬਣਾਉਂਦਾ ਹੈ। ਅਸੀਂ ਆਲੇ ਦੁਆਲੇ ਦੀਆਂ ਵਸਤੂਆਂ ਕਿਵੇਂ ਵੇਖਦੇ ਹਾਂ, ਇਹ ਸਿੱਖਣ ਦੇ ਤੋਂ ਪਹਿਲਾਂ ਅਸੀਂ ਪ੍ਰਕਾਸ਼ ਦੇ ਇੱਕ ਵਰਤਾਰਾ, ਜਿਸ ਨੂੰ ਅਸੀਂ ਪ੍ਰਕਾਸ਼ ਦਾ ਪਰਾਵਰਤਨ ਕਹਿੰਦੇ ਹਾਂ, ਉਹਦੇ ਬਾਰੇ ਗੱਲ ਕਰਦੇ ਹਾਂ। ਪ੍ਰਕਾਸ਼ ਦਾ ਪਰਾਵਰਤਨ ਕੀ ਹੈ? ਜਦੋਂ ਕੋਈ ਪ੍ਰਕਾਸ਼ ਕਿਰਨ ਕਿਸੇ ਚਮਕਦਾਰ ਸਤ੍ਹਾ ਤੇ ਪੈਂਦੀ ਹੈ ਤਾਂ ਉਹ ਆਪਣੇ ਉੱਪਰ ਪੈ ਰਹੇ ਪ੍ਰਕਾਸ਼ ਨੂੰ ਉਸੇ ਮਾਧਿਅਮ ਵਿੱਚ ਵਾਪਸ ਮੋੜ ਦਿੰਦੀ ਹੈ ਜਿਸ ਮਾਧਿਅਮ ਵਿੱਚੋਂ ਪ੍ਰਕਾਸ਼ ਆ ਰਿਹਾ ਸੀ। ਤਾਂ ਇਸ ਵਰਤਾਰੇ ਨੂੰ ਅਸੀਂ ਪ੍ਰਕਾਸ਼ ਦਾ ਪਰਾਵਰਤਨ ਆਖਦੇ ਹਾਂ। ਇਸ ਵਰਤਾਰੇ ਨੂੰ ਅਸੀਂ ਇੱਕ ਡਾਇਗਰਾਮ ਦੀ ਸਹਾਇਤਾ ਨਾਲ ਬਹੁਤ ਵਧੀਆ ਢੰਗ ਨਾਲ ਸਮਝ ਸਕਦੇ ਹਾਂ। ਮੇਰੇ ਕੋਲ ਇੱਕ ਕੱਚ ਦਾ ਦਰਪਣ ਹੈ, ਜਿਸ ਦੀ ਇਧਰਲੀ ਸਾਈਡ ਆਹ ਵਾਲੀ ਸਤ੍ਹਾ ਪੋਲਿਸ਼ ਕੀਤੀ ਹੈ ਤੇ ਆਹ ਵਾਲੀ ਜਿਹੜੀ ਸਤ੍ਹਾ ਹੈ ਉਹ ਪਰਾਵਰਤਕ ਹੈ। ਸੂਰਜ ਦਾ ਪ੍ਰਕਾਸ਼ ਹਵਾ ਮਾਧਿਅਮ ਦੇ ਰਾਹੀਂ ਜਦੋਂ ਦਰਪਣ ਦੀ ਪਰਾਵਰਤਕ ਸਤ੍ਹਾ ਤੇ ਪੈਂਦਾ ਹੈ ਤਾਂ ਪਰਾਵਰਤਨ ਤੋਂ ਬਾਅਦ ਇਹ ਹਵਾ ਵਿੱਚੋਂ ਆਇਆ ਸੀ, ਪਰਾਵਰਤਨ ਤੋਂ ਬਾਅਦ ਹਵਾ ਮਾਧਿਅਮ ਵਿੱਚ ਵਾਪਸ ਚਲਾ ਗਿਆ। ਤਾਂ ਡੈਫੀਨੇਸ਼ਨ ਅਨੁਸਾਰ ਅਸੀਂ ਪੜ੍ਹਿਆ ਸੀ, ਜਦੋਂ ਪ੍ਰਕਾਸ਼ ਦੀ ਕਿਰਨ ਕਿਸੇ ਪਰਾਵਰਤਕ ਸਤ੍ਹਾ ਨਾਲ ਜਾਂ ਕਿਸੇ ਪੋਲਿਸ਼ ਕੀਤੀ ਸਤ੍ਹਾ ਨਾਲ ਟਕਰਾ ਕੇ ਉਸੇ ਮਾਧਿਅਮ ਵਿੱਚ ਵਾਪਸ ਚਲੀ ਜਾਂਦੀ ਹੈ ਜਿਸ ਮਾਧਿਅਮ ਵਿੱਚ ਉਹ ਆਈ ਸੀ, ਤਾਂ ਉਸ ਨੂੰ ਅਸੀਂ ਪ੍ਰਕਾਸ਼ ਦਾ ਪਰਾਵਰਤਨ ਕਹਿੰਦੇ ਸੀ। ਇਸ ਤਰ੍ਹਾਂ ਇਸ ਡਾਇਗਰਾਮ ਦੇ ਵਿੱਚ ਪ੍ਰਕਾਸ਼ ਹਵਾ ਵਿੱਚੋਂ ਆ ਰਿਹਾ ਸੀ, ਪਰਾਵਰਤਨ ਤੋਂ ਬਾਅਦ ਇਹ ਹਵਾ ਵਿੱਚ ਹੀ ਵਾਪਸ ਚਲਾ ਗਿਆ। ਇਸ ਨੂੰ ਪ੍ਰਕਾਸ਼ ਦਾ ਪਰਾਵਰਤਨ ਕਹਿੰਦੇ ਹਨ। ਤੇ ਹੁਣ ਅਸੀਂ ਵਸਤੂਆਂ ਨੂੰ ਵੇਖਦੇ ਕਿਵੇਂ ਇਸ ਬਾਰੇ ਗੱਲ ਕਰਦੇ ਹਾਂ। ਜਦੋਂ ਪ੍ਰਕਾਸ਼ ਕਿਸੇ ਵਸਤੂ ਤੇ ਪੈਂਦਾ ਹੈ ਤਾਂ ਉਹ ਵਸਤੂ ਪ੍ਰਕਾਸ਼ ਨੂੰ ਪਰਾਵਰਤਿਤ ਕਰ ਦਿੰਦੀ ਹੈ। ਉਹ ਪਰਾਵਰਤਿਤ ਹੋਇਆ ਪ੍ਰਕਾਸ਼ ਜਦੋਂ ਸਾਡੀਆਂ ਅੱਖਾਂ ਤੱਕ ਪਹੁੰਚਦਾ ਹੈ ਤਾਂ ਅਸੀਂ ਉਸ ਵਸਤੂ ਨੂੰ ਵੇਖਣ ਦੇ ਯੋਗ ਹੋ ਸਕਦੇ ਹਾਂ, ਯੋਗ ਹੋ ਜਾਂਦੇ ਹਾਂ, ਤਾਂ ਅਸੀਂ ਉਸ ਤਰ੍ਹਾਂ ਵਸਤੂ ਨੂੰ ਵੇਖ ਲੈਂਦੇ ਹਾਂ। ਪ੍ਰਕਾਸ਼ ਦੇ ਪਰਿਵਰਤਨ ਦੀ ਡੈਫੀਨੇਸ਼ਨ ਤੋਂ ਬਾਅਦ ਇੱਕ ਬਹੁਤ ਹੀ ਮਹੱਤਵਪੂਰਨ ਕੁਐਸਚਨ ਹੈ ਪ੍ਰਕਾਸ਼ ਦਾ ਪਰਿਵਰਤਨ ਦੇ ਨਿਯਮ। ਜੇ ਅਸੀਂ ਗੱਲ ਕਰੀਏ ਡਾਇਗਰਾਮ ਦੀ ਮਦਦ ਨਾਲ, ਆਹ ਇੱਕ ਸਮਤਲ ਦਰਪਣ ਹੈ। ਆਹ ਸਮਤਲ ਦਰਪਣ ਦੀ ਪੋਲਿਸ਼ ਕੀਤੀ ਸਤ੍ਹਾ ਹੈ। ਜਿਹੜੀ ਇਧਰਲੀ ਸਾਈਡ ਹੈ ਇਹ ਇਸ ਦੀ ਚਮਕਦਾਰ ਸਤ੍ਹਾ ਹੈ ਜਿੱਥੋਂ ਕਿ ਪ੍ਰਕਾਸ਼ ਦਾ ਪਰਾਵਰਤਨ ਹੋਣਾ ਹੈ। ਪ੍ਰਕਾਸ਼ ਦੀ ਕਿਰਨ, ਜਿਹੜੀ ਕਿਰਨ ਸਮਤਲ ਦਰਪਣ ਦੇ ਚਮਕਦਾਰ ਸਤ੍ਹਾ ਦੇ ਨਾਲ ਟਕਰਾਉਂਦੀ ਹੈ ਉਸ ਨੂੰ ਅਸੀਂ ਆਪਾਤੀਕਰਨ ਕਹਿ ਦਿੰਦੇ ਹਾਂ। ਅਤੇ ਜਿਹੜੀ ਕਿਰਨ ਪਰਾਵਰਤਿਤ ਹੋ ਕੇ ਜਾਂਦੀ ਹੈ, ਟਕਰਾ ਕੇ ਵਾਪਸ ਉਸੇ ਮਾਧਿਅਮ ਹਵਾ ਵਿੱਚ ਜਾਂਦੀ ਹੈ, ਉਸ ਨੂੰ ਅਸੀਂ ਪਰਾਵਰਤਿਤ ਕਿਰਨ ਕਹਿ ਦਿੰਦੇ ਹਾਂ। ਤੇ ਉਹ ਬਿੰਦੂ ਜਿੱਥੇ ਪ੍ਰਕਾਸ਼ ਦੀ ਆਪਾਤੀਕਰਨ ਟਕਰਾਉਂਦੀ ਹੈ ਉਸ ਨੂੰ ਅਸੀਂ ਆਪਤਨ ਬਿੰਦੂ ਕਹਿੰਦੇ ਹਾਂ। ਆਪਤਨ ਬਿੰਦੂ ਤੇ ਇੱਕ 90 ਡਿਗਰੀ ਤੇ ਇੱਕ ਲੰਬ ਹੁੰਦਾ ਹੈ ਜਿਸ ਨੂੰ ਅਸੀਂ ਅਭਿਲੰਬ ਕਹਿੰਦੇ ਹਾਂ। ਅਭਿਲੰਬ ਅਤੇ ਆਪਾਤੀਕਰਨ ਵਿਚਾਲੇ ਬਣਨ ਵਾਲੇ ਕੋਣ ਨੂੰ ਅਸੀਂ ਆਪਤਨ ਕੋਣ, ਅਭਿਲੰਬ ਅਤੇ ਪਰਾਵਰਤਿਤ ਕਿਰਨ ਵਿਚਾਲੇ ਬਣਨ ਵਾਲੇ ਕੋਣ ਨੂੰ ਪਰਾਵਰਤਨ ਕੋਣ ਆਖਦੇ ਹਾਂ। ਜੇ ਅਸੀਂ ਹੁਣ ਪਰਾਵਰਤਨ ਦੇ ਨਿਯਮਾਂ ਦੀ ਗੱਲ ਕਰੀਏ ਤਾਂ ਬੜਾ ਹੀ ਇੰਪੋਰਟੈਂਟ ਕੁਐਸਚਨ ਹੈ, ਇਮਤਿਹਾਨ ਵਿੱਚ ਤੁਹਾਡੇ ਤੋਂ ਜ਼ਰੂਰ ਪੁੱਛਿਆ ਜਾ ਸਕਦਾ ਹੈ। ਤਾਂ ਪਰਾਵਰਤਨ ਦੇ ਨਿਯਮ ਕੀ ਹਨ? ਪਰਾਵਰਤਨ ਦੇ 2 ਨਿਯਮ ਹਨ। ਪਹਿਲਾ ਨਿਯਮ ਕੀ ਕਹਿੰਦਾ ਹੈ? ਪਰਾਵਰਤਨ ਦੇ ਪਹਿਲੇ ਨਿਯਮ ਅਨੁਸਾਰ ਆਪਤਨ ਕੋਣ ਹਮੇਸ਼ਾ ਹੀ ਪਰਾਵਰਤਨ ਕੋਣ ਦੇ ਬਰਾਬਰ ਹੁੰਦਾ ਹੈ। ਕੋਣ I ਬਰਾਬਰ ਹੁੰਦਾ ਹੈ ਕੋਣ R ਦੇ। ਪਰਾਵਰਤਨ ਦਾ ਦੂਜਾ ਨਿਯਮ, ਆਪਾਤੀਕਰਨ, ਦਰਪਣ ਦੇ ਆਪਤਨ ਬਿੰਦੂ ਤੇ ਲੰਬ ਅਤੇ ਪਰਾਵਰਤਿਤ ਕਿਰਨ ਤਿੰਨੋਂ ਇੱਕੋ ਤਲ ਤੇ ਹੁੰਦੇ ਹਨ। ਸਮਤਲ ਦਰਪਣ ਦੁਆਰਾ ਬਣਾਏ ਗਏ ਪ੍ਰਤੀਬਿੰਬ ਦੇ ਲੱਛਣ ਕੀ ਹੁੰਦੇ ਹਨ?
ਜਦੋਂ ਕੋਈ ਪ੍ਰਕਾਸ਼ ਦੀ ਕਿਰਨ ਸਮਤਲ ਦਰਪਣ ਤੇ ਪੈਂਦੀ ਹੈ ਤਾਂ ਸਮਤਲ ਦਰਪਣ ਦੁਆਰਾ ਬਣਾਇਆ ਗਿਆ ਪ੍ਰਤੀਬਿੰਬ ਕਿਸ ਤਰ੍ਹਾਂ ਦਾ ਹੋਵੇਗਾ, ਇਸ ਬਾਰੇ ਗੱਲ ਕਰਦੇ ਹਾਂ। ਸਮਤਲ ਦਰਪਣ ਦੁਆਰਾ ਬਣਾਇਆ ਗਿਆ ਪ੍ਰਤੀਬਿੰਬ ਹਮੇਸ਼ਾ ਸਿੱਧਾ ਹੁੰਦਾ ਹੈ। ਸਮਤਲ ਦਰਪਣ ਦੁਆਰਾ ਬਣਾਇਆ ਗਿਆ ਪ੍ਰਤੀਬਿੰਬ ਹਮੇਸ਼ਾ ਆਭਾਸੀ ਪ੍ਰਤੀਬਿੰਬ ਹੁੰਦਾ ਹੈ। ਅਜਿਹਾ ਪ੍ਰਤੀਬਿੰਬ ਜਿਸ ਨੂੰ ਅਸੀਂ ਪਰਦੇ ਤੇ ਨਹੀਂ ਉਤਾਰ ਸਕਦੇ, ਉਸ ਪ੍ਰਤੀਬਿੰਬ ਨੂੰ ਅਸੀਂ ਆਭਾਸੀ ਪ੍ਰਤੀਬਿੰਬ ਕਹਿੰਦੇ ਹਾਂ। ਤੀਜਾ ਹੈ ਵਸਤੂ ਦੇ ਆਕਾਰ ਦੇ ਬਰਾਬਰ ਹੁੰਦਾ ਹੈ। ਸਮਤਲ ਦਰਪਣ ਦੁਆਰਾ ਬਣਾਇਆ ਗਿਆ ਪ੍ਰਤੀਬਿੰਬ ਹਮੇਸ਼ਾ ਵਸਤੂ ਦੇ ਆਕਾਰ ਦੇ ਬਰਾਬਰ ਹੁੰਦਾ ਹੈ। ਜੇ ਵਸਤੂ ਵੱਡੀ ਹੋਵੇਗੀ ਤਾਂ ਪ੍ਰਤੀਬਿੰਬ ਵੱਡਾ ਹੋਵੇਗਾ, ਜੇ ਵਸਤੂ ਛੋਟੀ ਹੋਵੇਗੀ ਤਾਂ ਪ੍ਰਤੀਬਿੰਬ ਵੀ ਛੋਟਾ ਹੋਵੇਗਾ। ਨੈਕਸਟ ਹੈ ਪ੍ਰਤੀਬਿੰਬ। ਵਸਤੂ ਦਾ ਪ੍ਰਤੀਬਿੰਬ ਦਰਪਣ ਦੇ ਉਨੇ ਹੀ ਪਿੱਛੇ ਬਣਦਾ ਹੈ ਜਿੰਨੀ ਦੂਰੀ ਤੇ ਵਸਤੂ ਦਰਪਣ ਦੇ ਸਾਹਮਣੇ ਰੱਖੀ ਹੁੰਦੀ ਹੈ। ਕਹਿਣ ਦਾ ਭਾਵ ਜੇ ਵਸਤੂ ਦਰਪਣ ਦੇ ਨੇੜੇ ਪਈ ਹੋਵੇਗੀ ਤਾਂ ਪ੍ਰਤੀਬਿੰਬ ਵੀ ਦਰਪਣ ਦੇ ਨੇੜੇ ਹੀ ਬਣੇਗਾ। ਜੇ ਵਸਤੂ ਦੂਰ ਹੋਵੇਗੀ ਤਾਂ ਪ੍ਰਤੀਬਿੰਬ ਵੀ ਵਸਤੂ ਦਾ ਦੂਰ ਹੀ ਬਣੇਗਾ, ਦਰਪਣ ਦੇ ਉਨੇ ਹੀ ਪਿੱਛੇ ਬਣੇਗਾ। ਨੈਕਸਟ ਜਿਹੜਾ ਲੱਛਣ ਹੈ ਪਾਸਵਾਂ ਪਰਿਵਰਤਨ। ਜਿਹੜਾ ਸਮਤਲ ਦਰਪਣ ਹੈ ਉਹ ਪਾਸਵਾਂ ਪਰਿਵਰਤਨ ਸ਼ੋਅ ਕਰਦਾ ਹੈ। ਇਹਨੂੰ ਲਿਟਰਲ ਇਨਵਰਸ਼ਨ ਵੀ ਕਹਿ ਦਿੰਦੇ ਹਾਂ। ਕਹਿਣ ਦਾ ਭਾਵ ਇਸ ਵਿੱਚ ਵਸਤੂ ਦਾ ਖੱਬਾ ਪਾਸਾ ਸੱਜਾ ਤੇ ਸੱਜਾ ਪਾਸਾ ਖੱਬਾ ਸਾਨੂੰ ਨਜ਼ਰ ਆਉਂਦਾ ਹੈ। ਤੁਸੀਂ ਅਕਸਰ ਹੀ ਐਂਬੂਲੈਂਸ ਵਾਲੀਆਂ ਜਿਹੜੀਆਂ ਗੱਡੀਆਂ ਹੁੰਦੀਆਂ ਹਨ ਉਹਦੇ ਉੱਪਰ ਜਿਹੜਾ ਐਂਬੂਲੈਂਸ ਦੇ ਅੰਗਰੇਜ਼ੀ ਵਿੱਚ ਜਿਹੜੇ ਅੱਖਰ ਹੈ ਉਹ ਉਲਟੇ ਲਿਖੇ ਵੇਖੇ ਹੋਣਗੇ। ਇਸ ਦਾ ਅਰਥ ਇਹ ਹੁੰਦਾ ਹੈ ਕਿ ਜਦੋਂ ਐਂਬੂਲੈਂਸ ਵਾਲੀ ਗੱਡੀ ਜਾ ਰਹੀ ਹੁੰਦੀ ਹੈ ਤਾਂ ਉਹਦੇ ਸਾਹਮਣੇ ਵਾਲੀ ਗੱਡੀ ਵਿੱਚ ਬੈਠਾ ਡਰਾਈਵਰ ਜਦੋਂ ਉਸ ਨੂੰ ਆਪਣੇ ਦਰਪਣ ਵਿੱਚ ਦੀ ਗੱਡੀ ਨੂੰ ਵੇਖਦਾ ਹੈ ਤਾਂ ਉਸ ਨੂੰ ਐਂਬੂਲੈਂਸ ਦੇ ਅੱਖਰ ਸਿੱਧੇ ਨਜ਼ਰ ਆਉਂਦੇ ਹਨ, ਜਿਸ ਕਰਕੇ ਉਸ ਨੂੰ ਪਤਾ ਲੱਗ ਜਾਂਦਾ ਹੈ ਕਿ ਉਸ ਦੇ ਮਗਰ ਇੱਕ ਐਂਬੂਲੈਂਸ ਗੱਡੀ ਆ ਰਹੀ ਹੈ ਜਿਸ ਵਿੱਚ ਕੋਈ ਰੋਗੀ ਵਿਅਕਤੀ ਹੈ, ਤਾਂ ਉਹ ਉਸ ਨੂੰ ਰਸਤਾ ਦੇ ਦਿੰਦਾ ਹੈ। ਤਾਂ ਬੱਚੇ ਹੁਣ ਅੱਗੇ ਆਪਾਂ ਗੱਲ ਕਰਦੇ ਹਾਂ ਕਿ ਗੋਲਾਕਾਰ ਦਰਪਣ ਵੀ ਸਮਤਲ ਦਰਪਣ ਵਾਂਗੂ ਪਰਾਵਰਤਨ ਕਰਦੇ ਹਨ ਜਾਂ ਪ੍ਰਤੀਬਿੰਬ ਬਣਾਉਂਦੇ ਹਨ। ਤਾਂ ਆਓ ਆਪਾਂ ਅੱਗੇ ਚਰਚਾ ਕਰਦੇ ਹਾਂ ਗੋਲਾਕਾਰ ਦਰਪਣਾਂ ਬਾਰੇ। ਸਭ ਤੋਂ ਪਹਿਲਾਂ ਗੋਲਾਕਾਰ ਦਰਪਣ ਹੁੰਦੇ ਕੀ ਹਨ? ਗੋਲਾਕਾਰ ਦਰਪਣ ਖੋਖਲੇ ਕੱਚ ਦੇ ਗੋਲੇ ਦਾ ਹਿੱਸਾ ਹੁੰਦੇ ਹਨ ਜਿਹਦੀ ਇੱਕ ਸਾਈਡ ਪਾਲਿਸ਼ ਕੀਤੀ ਹੁੰਦੀ ਹੈ ਤੇ ਦੂਜੀ ਸਾਈਡ ਪਰਾਵਰਤਕ ਹੁੰਦੀ ਹੈ। ਜੇ ਅਸੀਂ ਇਸ ਡਾਇਗਰਾਮ ਦੀ ਗੱਲ ਕਰੀਏ ਤਾਂ ਆ ਇੱਕ ਖੋਖਲਾ ਕੱਚ ਦਾ ਗੋਲਾ ਹੈ ਜਿਸ ਦਾ ਦਰਪਣ ਇੱਕ ਹਿੱਸਾ ਹੈ, ਜਿਸ ਦੀ ਇੱਕ ਸਤ੍ਹਾ, ਜੇ ਇਸ ਡਾਇਗਰਾਮ ਦੀ ਮੈਂ ਗੱਲ ਕਰਾਂ, ਇਸ ਦੀ ਜਿਹੜੀ ਦਰਪਣ ਖੋਖਲੇ ਕੱਚ ਦੇ ਗੋਲੇ ਤੇ ਕੇਂਦਰ ਵਾਲੀ ਜਿਹੜੀ ਸਤ੍ਹਾ ਹੈ ਉਹ ਪਰਾਵਰਤਕ ਹੈ। ਇਸ ਦੇ ਉਲਟ ਵਾਲੀ ਸਤ੍ਹਾ ਜਿਹੜੀ ਕੇਂਦਰ ਤੋਂ ਦੂਜੇ ਪਾਸੇ ਹੈ ਉਹ ਪਾਲਿਸ਼ ਕੀਤੀ ਹੈ। ਤਾਂ ਇਸ ਤਰ੍ਹਾਂ ਦੇ ਦਰਪਣ ਨੂੰ ਅਸੀਂ ਅਵਤਲ ਦਰਪਣ ਆਖਾਂਗੇ। ਤੇ ਦੂਜੇ ਪਾਸੇ ਉਹ ਖੋਖਲੇ ਕੱਚ ਦੇ ਗੋਲੇ ਦਾ ਹਿੱਸਾ ਜਿਹਦੀ ਪਰਾਵਰਤਕ ਸਤ੍ਹਾ ਖੋਖਲੇ ਕੱਚ ਦੇ ਗੋਲੇ ਦੇ ਕੇਂਦਰ ਤੋਂ ਉਲਟ ਪਾਸੇ ਵਾਲੀ ਹੁੰਦੀ ਹੈ, ਦੂਜੇ ਪਾਸੇ ਵਾਲੀ ਹੁੰਦੀ ਹੈ, ਉਸ ਨੂੰ ਅਸੀਂ ਉੱਤਲ ਦਰਪਣ ਆਖਦੇ ਹਾਂ। ਹੁਣ ਆਪਾਂ ਕੁਝ ਪਰਿਭਾਸ਼ਾਵਾਂ ਤੇ ਉਹਨਾਂ ਦੇ ਆਪਸੀ ਸੰਬੰਧ ਬਾਰੇ ਗੱਲ ਕਰਾਂਗੇ। ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਦਰਪਣ ਦਾ ਧਰੁਵ। ਡੈਫੀਨੇਸ਼ਨ ਪੜ੍ਹ ਲੈਂਦੇ ਹਾਂ। ਗੋਲਾਕਾਰ ਦਰਪਣ ਦੀ ਪਰਾਵਰਤਕ ਸਤ੍ਹਾ ਦੇ ਕੇਂਦਰ ਨੂੰ ਦਰਪਣ ਦਾ ਧਰੁਵ ਕਹਿੰਦੇ ਹਨ। ਇਸ ਨੂੰ P ਨਾਲ ਦਰਸਾਇਆ ਜਾਂਦਾ ਹੈ। ਜੇ ਮੈਂ ਇਸ ਡਾਇਗਰਾਮ ਦੀ ਗੱਲ ਕਰਾਂ, ਆ ਇੱਕ ਅਵਤਲ ਦਰਪਣ ਹੈ। ਆ ਅਵਤਲ ਦਰਪਣ ਦੀ ਇੱਥੋਂ ਲੈ ਕੇ ਇੱਥੋਂ ਤੱਕ ਇਹ ਇਹਦੀ ਪਰਾਵਰਤਕ ਸਤ੍ਹਾ ਹੈ। ਇਸ ਪਰਾਵਰਤਕ ਸਤ੍ਹਾ ਦਾ ਜੋ ਕੇਂਦਰ ਹੈ ਉਸ ਨੂੰ ਅਸੀਂ P ਦੇ ਨਾਲ ਦਰਸਾਉਂਦੇ ਹਾਂ। ਇਸ ਨੂੰ ਅਸੀਂ ਦਰਪਣ ਦਾ ਧਰੁਵ ਆਖਦੇ ਹਾਂ। ਨੈਕਸਟ ਡੈਫੀਨੇਸ਼ਨ ਵਕਰਤਾ ਕੇਂਦਰ। ਖੋਖਲੇ ਕੱਚ ਦੇ ਗੋਲੇ ਦੇ ਕੇਂਦਰ ਨੂੰ ਵਕਰਤਾ ਕੇਂਦਰ ਕਹਿੰਦੇ ਹਨ, ਜਿਸ ਦਾ ਦਰਪਣ ਇੱਕ ਹਿੱਸਾ ਹੈ। ਇਸ ਨੂੰ ਅੰਗਰੇਜ਼ੀ ਦੇ ਵੱਡੇ ਅੱਖਰ C ਦੇ ਨਾਲ ਪ੍ਰਦਰਸ਼ਿਤ ਕੀਤਾ ਜਾਂਦਾ ਹੈ। ਜੇ ਮੈਂ ਇਸ ਡਾਇਗਰਾਮ ਦੀ ਗੱਲ ਕਰਾਂ, ਮੰਨ ਲਓ ਆ ਖੋਖਲੇ ਕੱਚ ਦਾ ਗੋਲਾ ਹੈ, ਦਰਪਣ ਇਹਦਾ ਇੱਕ ਹਿੱਸਾ ਹੈ। ਇਸ ਖੋਖਲੇ ਕੱਚ ਦੇ ਗੋਲੇ ਦੇ ਕੇਂਦਰ ਨੂੰ ਇਸ ਦਰਪਣ ਦਾ ਵਕਰਤਾ ਕੇਂਦਰ ਕਹਿੰਦੇ ਹਨ। ਇਸ ਨੂੰ ਅਸੀਂ C ਦੇ ਨਾਲ ਪ੍ਰਦਰਸ਼ਿਤ ਕਰਦੇ ਹਾਂ। ਨੈਕਸਟ ਡੈਫੀਨੇਸ਼ਨ ਵਕਰਤਾ ਅਰਧ ਵਿਆਸ। ਖੋਖਲੇ ਕੱਚ ਦੇ ਗੋਲੇ ਦੇ ਅਰਧ ਵਿਆਸ ਨੂੰ ਦਰਪਣ ਦਾ ਵਕਰਤਾ ਅਰਧ ਵਿਆਸ ਕਹਿੰਦੇ ਹਨ। ਦਰਪਣ ਇਸ ਖੋਖਲੇ
ਕੱਚ ਦੇ ਗੋਲੇ ਦਾ ਹਿੱਸਾ ਹੈ। ਇਸ ਨੂੰ ਅੰਗਰੇਜ਼ੀ ਦੇ ਵੱਡੀ ਆਰ ਦੇ ਨਾਲ ਪ੍ਰਦਰਸ਼ਿਤ ਕੀਤਾ ਜਾਂਦਾ ਹੈ। ਜੇ ਡਾਇਗਰਾਮ ਦੀ ਗੱਲ ਕਰੀਏ ਤਾਂ ਆ ਇੱਕ ਖੋਖਲੇ ਕੱਚ ਦਾ ਗੋਲਾ ਹੈ। ਆ ਦਰਪਣ ਇਸ ਦਾ ਇੱਕ ਟੁਕੜਾ ਜਾਂ ਹਿੱਸਾ ਹੈ। ਸੀ ਇਸ ਖੋਖਲੇ ਕੱਚ ਦੇ ਗੋਲੇ ਦਾ ਵਕਰਤਾ ਕੇਂਦਰ ਹੈ। ਸੀ ਤੋਂ ਲੈ ਕੇ ਖੋਖਲੇ ਕੱਚ ਦੇ ਗੋਲੇ ਦੇ ਪਰਿਧੀ ਤੱਕ ਕੋਈ ਵੀ ਜਿਹੜੀ ਲਾਈਨ ਹੈ ਉਸ ਨੂੰ ਅਸੀਂ ਅਰਧ ਵਿਆਸ ਆਖਾਂਗੇ। ਤਾਂ ਇੱਥੇ ਆਰ ਕੀ ਹੈ? ਵਕਰਤਾ ਅਰਧ ਵਿਆਸ ਹੈ ਇੱਕ ਖੋਖਲੇ ਕੱਚ ਦੇ ਗੋਲੇ ਦਾ। ਤਾਂ ਇਸ ਨੂੰ ਅਸੀਂ ਜਿਹੜਾ ਗੋਲਾਕਾਰ ਦਰਪਣ ਦਾ ਵਕਰਤਾ ਅਰਧ ਵਿਆਸ ਆਖਦੇ ਹਾਂ। ਨੈਕਸਟ ਹੈ ਜੀ ਮੁੱਖ ਧੁਰਾ। ਵਕਰਤਾ ਕੇਂਦਰ ਸੀ ਅਤੇ ਦਰਪਣ ਦੇ ਧਰੁਵ P ਨੂੰ ਮਿਲਾਉਣ ਵਾਲੀ ਰੇਖਾ PC ਨੂੰ ਦਰਪਣ ਦਾ ਮੁੱਖ ਧੁਰਾ ਕਹਿੰਦੇ ਹਨ। ਜੇ ਅਸੀਂ ਡਾਇਗਰਾਮ ਦੀ ਗੱਲ ਕਰੀਏ ਤਾਂ ਇੱਥੇ ਮੈਂ ਇੱਕ ਅਵਤਲ ਦਰਪਣ ਵਿਖਾਇਆ ਹੈ। P ਇਸ ਦਾ ਦਰਪਣ ਦਾ ਧਰੁਵ ਹੈ। C ਅਵਤਲ ਦਰਪਣ ਦਾ ਵਕਰਤਾ ਕੇਂਦਰ ਹੈ। C ਅਤੇ P ਨੂੰ ਮਿਲਾਉਣ ਵਾਲੀ ਆਹ ਰੇਖਾ ਹੈ ਜੋ ਇਸ ਨੂੰ ਅਸੀਂ ਅਵਤਲ ਦਰਪਣ ਦਾ ਮੁੱਖ ਧੁਰਾ ਆਖਾਂਗੇ। ਫੋਕਸ ਦੂਰੀ। ਫੋਕਸ ਦੂਰੀ ਕੀ ਹੈ? ਦਰਪਣ ਦੇ ਮੁੱਖ ਧੁਰੇ ਦੇ ਸਮਾਨ ਅੰਤਰ ਆ ਰਹੀਆਂ ਪ੍ਰਕਾਸ਼ ਕਿਰਨਾਂ ਪਰਾਵਰਤਨ ਤੋਂ ਬਾਅਦ ਮੁੱਖ ਧੁਰੇ ਦੇ ਜਿਸ ਬਿੰਦੂ ਤੇ ਮਿਲਦੀਆਂ ਹਨ ਜਾਂ ਮਿਲਦੀਆਂ ਜਾਪਦੀਆਂ ਹਨ ਉਸ ਬਿੰਦੂ ਨੂੰ ਦਰਪਣ ਦਾ ਮੁੱਖ ਫੋਕਸ ਕਹਿੰਦੇ ਹਨ। ਇਸ ਨੂੰ ਅੰਗਰੇਜ਼ੀ ਦੇ ਵੱਡੇ ਅੱਖਰ F ਦੇ ਨਾਲ ਦਰਸਾਇਆ ਜਾਂਦਾ ਹੈ। ਜਿੱਥੇ ਮੈਂ ਅਵਤਲ ਦਰਪਣ ਰਾਹੀਂ ਤੁਹਾਨੂੰ ਦੱਸਣ ਦੀ ਕੋਸ਼ਿਸ਼ ਕਰਾਂ, ਆ ਅਵਤਲ ਦਰਪਣ ਹੈ। ਬਾਹਰ ਵਾਲੀ ਸਾਈਡ ਇਸ ਦੀ ਜੋ ਹੈ ਪੋਲਿਸ਼ ਕੀਤੀ ਸਤ੍ਹਾ ਹੈ। P ਇਸ ਦਾ ਧਰੁਵ ਹੈ। C ਤੇ P ਨੂੰ ਮਿਲਾਉਣ ਵਾਲੀ ਰੇਖਾ ਅਵਤਲ ਦਰਪਣ ਦਾ ਮੁੱਖ ਧੁਰਾ ਹੈ। ਮੁੱਖ ਧੁਰੇ ਦੇ ਸਮਾਨ ਅੰਤਰ ਆ ਰਹੀਆਂ ਪ੍ਰਕਾਸ਼ ਦੀਆਂ ਕਿਰਨਾਂ ਪਰਾਵਰਤਨ ਤੋਂ ਬਾਅਦ ਜਿਸ ਬਿੰਦੂ ਤੇ ਮਿਲਦੀਆਂ ਹਨ ਉਸ ਬਿੰਦੂ ਨੂੰ ਅਸੀਂ ਪ੍ਰਕਾਸ਼ ਦਰਪਣ ਦਾ ਮੁੱਖ ਫੋਕਸ ਕਹਿ ਦਿੰਦੇ ਹਾਂ। ਇੱਥੇ F ਕੀ ਹੈ? ਅਵਤਲ ਦਰਪਣ ਦਾ ਮੁੱਖ ਫੋਕਸ ਹੈ। ਫੋਕਸ ਦੂਰੀ। ਮੁੱਖ ਫੋਕਸ F ਅਤੇ ਦਰਪਣ ਦੇ ਧਰੁਵ P ਵਿਚਕਾਰਲੀ ਦੂਰੀ ਨੂੰ ਦਰਪਣ ਦੀ ਫੋਕਸ ਦੂਰੀ ਕਹਿੰਦੇ ਹਨ। ਮੈਂ ਫਿਰ ਰਿਪੀਟ ਕਰਦਾ, ਮੁੱਖ ਫੋਕਸ F ਅਤੇ ਦਰਪਣ ਦੇ ਧਰੁਵ P ਵਿਚਕਾਰਲੀ ਦੂਰੀ ਨੂੰ ਦਰਪਣ ਦੀ ਫੋਕਸ ਦੂਰੀ ਕਹਿੰਦੇ ਹਨ। ਇਸ ਨੂੰ ਅੰਗਰੇਜ਼ੀ ਦੀ ਛੋਟੀ f ਦੇ ਨਾਲ ਪ੍ਰਦਰਸ਼ਿਤ ਕੀਤਾ ਜਾਂਦਾ ਹੈ। ਹੁਣ ਵਕਰਤਾ ਅਰਧ ਵਿਆਸ ਤੇ ਫੋਕਸ ਦੂਰੀ ਦੇ ਵਿਚਕਾਰ ਸੰਬੰਧ ਕੀ ਹੈ? ਹਮੇਸ਼ਾ ਹੀ ਜੋ ਵਕਰਤਾ ਅਰਧ ਵਿਆਸ ਹੁੰਦਾ ਹੈ ਫੋਕਸ ਦੂਰੀ ਤੋਂ ਦੁੱਗਣਾ ਹੁੰਦਾ ਹੈ। ਤਾਂ ਮੈਨੂੰ ਉਮੀਦ ਹੈ ਬੱਚਿਓ ਅੱਜ ਦਾ ਜਿਹੜਾ ਤੁਸੀਂ ਟੌਪਿਕ ਹੈ ਇਹਨੂੰ ਧਿਆਨ ਨਾਲ ਸਮਝ ਲਿਆ ਹੋਵੇਗਾ। ਤਾਂ ਅਗਲੇ ਟੌਪਿਕ ਨੂੰ ਲੈ ਕੇ ਮੈਂ ਫਿਰ ਤੁਹਾਡੇ ਲਈ ਲੈ ਕੇ ਆਵਾਂਗਾ। ਤਦ ਤੱਕ ਲਈ ਧੰਨਵਾਦ, ਸ਼ੁਕਰੀਆ, ਥੈਂਕ ਯੂ।